हाँ जी, स्वागत है तुहाडा सारिਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਮਾਸਟਰ ਕੇਡਰ ਮੀਡੀਵਲ ਹਿਸਟਰੀ ਅਗਲਾ ਭਾਗ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਟੌਪਿਕ ਦੇ ਅਨੁਸਾਰ ਜਿਹੜੇ ਵੀ ਪ੍ਰਸ਼ਨ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਸੋ ਮੁਗਲ ਸਾਮਰਾਜ ਜਿਹੜਾ ਆਪਣਾ ਟੌਪਿਕ ਹੈ ਉਹ ਚੱਲ ਰਿਹਾ ਹੈ। ਸੋ ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਤੁਹਾਨੂੰ ਮਿਲ ਜਾਣਗੇ। ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਕਲਾਸ ਦੀ ਸਮੇਂ ਸਿਰ ਅਪਡੇਟ ਜਿਹੜੀ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਪ੍ਰਸ਼ਨ ਨੂੰ। ਤਾਂ ਪ੍ਰਸ਼ਨ ਨੰਬਰ 302 ਤੋਂ ਸਟਾਰਟ ਕਰਾਂਗੇ। ਸ਼ੇਰ ਸ਼ਾਹ ਸੂਰੀ ਦੀਆਂ ਜਿੱਤਾਂ ਦਾ ਜਿਹੜਾ ਕ੍ਰਮ ਦੱਸਣਾ ਇਹਦੇ 'ਚੋਂ ਸਹੀ ਨਹੀਂ ਹੈ। ਕੋਈ ਇੱਕ ਡੇਟ ਪਾਈ ਹੋਈ ਹੈ ਜਿੱਤ ਦੀ ਜੋ ਸਹੀ ਨਹੀਂ ਹੈ, ਉਹ ਕ੍ਰਮ ਦੱਸਣਾ ਹੈ ਸ਼ੇਰ ਸ਼ਾਹ ਸੂਰੀ ਦੀਆਂ ਜਿੱਤਾਂ ਦਾ। ਤਾਂ ਸਾਰੀਆਂ ਜਿੱਤਾਂ ਨੇ, ਇਹਦੇ 'ਚੋਂ ਇੱਕ ਕ੍ਰਮ ਹੈ ਜਿਹੜਾ ਗਲਤ ਹੈ। ਕਨੌਜ ਦੀ ਲੜਾਈ 1540, ਮਾਲਵਾ ਦੀ ਜਿੱਤ 1542, ਪੰਜਾਬ ਦੀ ਜਿੱਤ 1541, ਕਲਿੰਜਰ ਦੀ ਜਿੱਤ 1546। ਤਾਂ ਇਹਨਾਂ ਜਿੱਤਾਂ ਵਿੱਚੋਂ ਜਿਹੜਾ ਕ੍ਰਮ ਸਹੀ ਨਹੀਂ ਹੈ ਉਹ ਹੈ ਆਪਸ਼ਨ ਸੱਸਾ, ਕਲਿੰਜਰ ਦੀ ਜਿੱਤ 1546। ਜਿਹੜਾ ਸ਼ੇਰ ਸ਼ਾਹ ਸੂਰੀ ਦੀਆਂ ਜਿੱਤਾਂ ਦਾ ਸਹੀ ਕ੍ਰਮ ਨਹੀਂ ਹੈ, ਇਹ ਗਲਤ ਡੇਟ ਹੈ ਜਿਹੜੀ ਦੇ ਵਿੱਚ ਮੈਂਸ਼ਨ ਕੀਤੀ ਗਈ ਹੈ 1546। ਤਾਂ ਆਪਸ਼ਨ ਸੱਸਾ ਜਿਹੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸ਼ੇਰ ਸ਼ਾਹ ਸੂਰੀ ਦੀ ਮੌਤ ਕਿਸ ਲੜਾਈ ਦੇ ਵਿੱਚ ਹੋਈ ਸੀ? ਕਨੌਜ, ਮਾਲਵਾ, ਪੰਜਾਬ ਜਾਂ ਫਿਰ ਕਲਿੰਜਰ ਦੀ ਲੜਾਈ ਵਿੱਚ। ਤਾਂ ਸ਼ੇਰ ਸ਼ਾਹ ਸੂਰੀ ਦੀ ਮੌਤ ਸੀ ਜਿਹੜੀ ਉਹ ਆਪਸ਼ਨ ਸੱਸਾ, ਕਲਿੰਜਰ ਦੀ ਲੜਾਈ ਦੇ ਵਿੱਚ ਮੌਤ ਹੋਈ ਸੀ ਇਹਨਾਂ ਦੀ, ਸ਼ੇਰ ਸ਼ਾਹ ਸੂਰੀ ਦੀ। ਅਗਲਾ ਪ੍ਰਸ਼ਨ ਹੈ ਚੌਸਾ ਅਤੇ ਕਨੌਜ ਦੀਆਂ ਲੜਾਈਆਂ ਦੇ ਵਿਚਕਾਰ ਕਿਹੜਾ ਸ਼ਾਸਕ ਜਿੱਤਿਆ ਸੀ? ਕਿਸ ਦੀ ਜਿੱਤ ਹੋਈ ਸੀ? ਸ਼ੇਰ ਸ਼ਾਹ ਸੂਰੀ, ਹਮਾਯੂ, ਅਕਬਰ ਜਾਂ ਬਾਬਰ। ਤਾਂ ਚੌਸਾ ਅਤੇ ਕਨੌਜ ਦੀਆਂ ਲੜਾਈਆਂ ਦੇ ਵਿਚਕਾਰ ਸ਼ੇਰ ਸ਼ਾਹ ਸੂਰੀ ਸੀ ਜਿਹੜਾ ਉਹ ਜਿੱਤਿਆ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਹਮਾਯੂ ਦੀ ਮੌਤ ਹੈ ਜਿਹੜੀ ਕਿਸ ਤਰ੍ਹਾਂ ਹੋਈ ਸੀ? ਕਾਫੀ ਵਾਰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ। ਜ਼ਹਿਰ ਕਰਕੇ, ਖੋਖਰਾਂ ਦੇ ਹਮਲੇ ਕਰਕੇ, ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਜਾਂ ਪੋਲੋ ਖੇਡਦੇ ਹੋਏ। ਤਾਂ ਹਮਾਯੂ ਦੀ ਜਿਹੜੀ ਮੌਤ ਸੀ ਉਹ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਹੋਈ ਸੀ। ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਗਿਆ ਸੀਗਾ, ਇਸ ਕਾਰਨ ਇਹਦੀ ਮੌਤ ਹੋ ਗਈ ਸੀ। ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਅਗਰ ਈਅਰ 'ਤੇ ਪੁੱਛ ਲਿਆ ਜਾਂਦਾ ਹੈ ਤਾਂ ਹਮਾਯੂ ਦੀ ਮੌਤ ਕਿਹੜੇ ਸਾਲ ਵਿੱਚ ਹੋਈ ਸੀ? ਸੋ ਦੋਨੋਂ 'ਚ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ, ਮੌਤ ਕਿਵੇਂ ਹੋਈ ਸੀ ਅਤੇ ਕਿਹੜੇ ਸਾਲ ਹੋਈ ਸੀ। 26 ਜਨਵਰੀ 1540 ਜਾਂ 1541 ਜਾਂ 1542 ਜਾਂ 1556। ਤਾਂ ਜਿਹੜੀ ਹਮਾਯੂ ਦੀ ਮੌਤ ਸੀ ਇਹ 26 ਜਨਵਰੀ 1556 ਈਸਵੀ ਦੇ ਵਿੱਚ ਹੋਈ ਸੀਗੀ। ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗਣ ਕਰਕੇ ਇਹਨਾਂ ਦੀ ਮੌਤ ਸੀ ਜਿਹੜੀ ਹੋਈ ਸੀ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਸੋ ਜਲਦੀ ਜਲਦੀ ਵੀਡੀਓ ਨੂੰ ਜੋ ਵੀ ਲਾਈਵ 'ਚ ਵਾਚ ਕਰ ਰਹੇ ਹੋ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਹਮਾਯੂਨਾਮਾ ਕਿਸ ਦੀ ਰਚਨਾ ਹੈ? ਰਚਨਾਵਾਂ ਤੇ ਅਕਸਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਹੈ। ਹਮਾਯੂ ਦੀ, ਬਾਬਰ ਦੀ, ਗੁਲਬਦਨ ਬੇਗਮ ਦੀ ਜਾਂ ਹਮੀਦਾ ਬਾਨੋ ਦੀ। ਤਾਂ ਹਮਾਯੂਨਾਮਾ ਜਿਹੜੀ ਗੁਲਬਦਨ ਬੇਗਮ ਦੀ ਰਚਨਾ ਹੈ। ਆਪਸ਼ਨ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਇਹਦੀ ਕਾਬਰ ਨਾਲ ਸੰਬੰਧਿਤ ਹੈ। ਹਮਾਯੂ ਦੀ ਕਾਬਰ ਕਿੱਥੇ ਹੈ? ਆਗਰਾ, ਲਾਹੌਰ, ਕਾਬਲ ਜਾਂ ਫਿਰ ਦਿੱਲੀ। ਤਾਂ ਹਮਾਯੂ ਦੀ ਜਿਹੜੀ ਕਬਰ ਹੈ ਉਹ ਦਿੱਲੀ ਦੇ ਵਿੱਚ ਹੈ। ਸੋ ਹਮਾਯੂ ਦੀ ਮੌਤ ਕਿਸ ਤਰ੍ਹਾਂ ਹੋਈ, ਇਸ 'ਤੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਕਿਹੜੇ ਈਅਰ ਦੇ ਵਿੱਚ ਹੋਈ? ਹਮਾਯੂਨਾਮਾ ਕਿਸ ਦੀ ਰਚਨਾ ਹੈ ਅਤੇ ਇਸ ਦੀ ਕਬਰ ਕਿੱਥੇ ਹੈ? ਸੋ ਚਾਰੇ ਇੰਪੋਰਟੈਂਟ ਕੁਐਸਚਨ ਨੇ, ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਤਾਂ ਹਮਾਯੂ ਦੀ ਕਬਰ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸੂਰੀ ਸਾਮਰਾਜ ਦਾ ਸ਼ਾਸਨ ਕਾਲ ਦੱਸਣਾ ਹੈ। ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਸਮੇਂ ਤੱਕ ਸੂਰੀ ਸਾਮਰਾਜ ਸੀਗਾ ਜਿਹੜਾ? 1538 ਤੋਂ 1545, 1539 ਤੋਂ 1555, 1540 ਤੋਂ 1560, 1540 ਤੋਂ 1570। ਤਾਂ ਸੂਰੀ ਸਾਮਰਾਜ ਦਾ ਸ਼ਾਸਨ ਕਾਲ ਸੀ ਜਿਹੜਾ 1538 ਤੋਂ ਲੈ ਕੇ 1545 ਤੱਕ ਸੀਗਾ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸ਼ੇਰ ਸ਼ਾਹ ਸੂਰੀ ਨੂੰ ਸ਼ੇਰ ਖਾਨ ਦੀ ਉਪਾਧੀ ਹੈ ਜਿਹੜੀ ਉਹ ਕਿਸ ਨੇ ਦਿੱਤੀ ਸੀ? ਬਹਾਰ ਖਾਨ ਲੋਹਾਨੀ ਨੇ,
ਜਲਾਲ ਖਾਨ ਨੇ, ਬਾਬਰ ਨੇ ਜਾਂ ਨਾਸਿਰ ਖਾਂ ਲੋਹਾਨੀ ਨੇ। ਤਾਂ ਸ਼ੇਰ ਸ਼ਾਹ ਸੂਰੀ ਸੀ ਜਿਹੜੇ, ਇਹਨਾਂ ਨੂੰ ਸ਼ੇਰ ਖਾਂ ਦੀ ਉਪਾਧੀ ਸੀ ਜਿਹੜੀ ਬਹਾਰ ਖਾਂ ਲੋਹਾਨੀ ਨੇ ਦਿੱਤੀ ਸੀਗੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਿਹਾਰ ਦਾ ਸ਼ਾਸਕ ਸੀਗਾ ਜਲਾਲ ਖਾਂ ਅਤੇ ਸ਼ੇਰ ਸ਼ਾਹ ਸੂਰੀ ਦੇ ਵਿਚਕਾਰ 1534 ਦੇ ਵਿੱਚ ਕਿਸ ਸਥਾਨ 'ਤੇ ਜਿਹੜੀ ਇਹ ਲੜਾਈ ਹੋਈ ਸੀ? ਦੋ ਸ਼ਾਸਕ ਹੋਏ ਹੈ, ਇੱਕ ਸੀ ਬਿਹਾਰ ਦਾ ਸ਼ਾਸਕ ਜਲਾਲ ਖਾਂ ਅਤੇ ਦੂਸਰਾ ਸ਼ੇਰ ਸ਼ਾਹ ਸੂਰੀ। 1534 ਦੇ ਵਿੱਚ ਲੜਾਈ ਸੀ ਜਿਹੜੀ ਕਿਸ ਸਥਾਨ 'ਤੇ ਹੋਈ ਸੀ? ਰੋਹਤਾਸ, ਕਨੌਜ, ਕਲਿੰਜਰ ਜਾਂ ਫਿਰ ਸੂਰਜਗੜ੍ਹ। ਤਾਂ ਇਹ ਲੜਾਈ ਹੋਈ ਸੀਗੀ ਸੂਰਜਗੜ੍ਹ ਸਥਾਨ 'ਤੇ। ਸਮਾਂ ਸੀਗਾ 1534। ਸ਼ਾਸਕ ਸੀਗੇ, ਬਿਹਾਰ ਦਾ ਸ਼ਾਸਕ ਸੀਗਾ ਜਲਾਲ ਖਾਂ ਅਤੇ ਸ਼ੇਰ ਸ਼ਾਹ ਸੂਰੀ। ਤਾਂ ਇਹਨਾਂ ਦੇ ਵਿਚਕਾਰ ਸੂਰਜਗੜ੍ਹ ਸਥਾਨ 'ਤੇ ਇਹ ਲੜਾਈ ਸੀ ਜਿਹੜੀ 1534 ਦੇ ਵਿੱਚ ਹੋਈ ਸੀ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਅਤੇ ਹਮਾਯੂ ਵਿਚਕਾਰ ਕਨੌਜ ਬਿਲਗਰਾਮ ਦੀ ਲੜਾਈ ਕਦੋਂ ਹੋਈ ਸੀ? 17 ਮਈ 1540, 16 ਮਈ 1540 ਜਾਂ 18 ਮਈ 1540 ਜਾਂ 17 ਮਈ 1539। ਤਾਂ ਸ਼ੇਰ ਸ਼ਾਹ ਸੂਰੀ ਅਤੇ ਹਮਾਯੂ ਇਹਨਾਂ ਦੇ ਵਿਚਕਾਰ ਜੋ ਕਨੌਜ ਬਿਲਗਰਾਮ ਦੀ ਲੜਾਈ ਸੀ 17 ਮਈ 1540 ਨੂੰ ਹੋਈ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਨੇ ਕਿਹੜੇ ਕਿਲ੍ਹੇ ਨੂੰ ਵਿਸ਼ਵਾਸਘਾਤ ਅਤੇ ਧੋਖੇ ਨਾਲ ਜਿੱਤਿਆ ਸੀ? ਰਾਇਸੇਨ, ਮਾਲਵਾ, ਪੰਜਾਬ ਜਾਂ ਕਲਿੰਜਰ। ਤਾਂ ਸ਼ੇਰ ਸ਼ਾਹ ਸੂਰੀ ਨੇ ਵਿਸ਼ਵਾਸਘਾਤ ਅਤੇ ਧੋਖੇ ਨਾਲ ਜਿਹੜਾ ਕਿਲ੍ਹਾ ਜਿੱਤਿਆ ਸੀਗਾ ਉਹ ਰਾਇਸੇਨ ਦਾ ਸੀਗਾ ਅਤੇ ਸਮਾਂ ਸੀਗਾ 1543। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਦੀ ਮੌਤ ਕਦੋਂ ਹੋਈ ਸੀ? ਕਿਹੜੇ ਈਅਰ ਦੇ ਵਿੱਚ ਹੋਈ ਸੀ? 22 ਮਈ 1545, 22 ਮਈ 1546 ਜਾਂ 21 ਮਈ 1545 ਜਾਂ 21 ਮਈ 1546। ਤਾਂ ਸ਼ੇਰ ਸ਼ਾਹ ਸੂਰੀ ਦੀ ਜਿਹੜੀ ਮੌਤ ਸੀ ਉਹ 22 ਮਈ 1545 ਦੇ ਵਿੱਚ ਹੋਈ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਨੇ ਆਪਣਾ ਸਾਮਰਾਜ ਸਰਕਾਰਾਂ ਵਿੱਚ ਵੰਡਿਆ ਹੋਇਆ ਸੀ। ਉਸ ਦੇ ਸਮੇਂ ਸਰਕਾਰਾਂ ਦੀ ਕੁੱਲ ਗਿਣਤੀ ਕਿੰਨੀ ਸੀ? 66, 67, 23 ਜਾਂ ਫਿਰ 47। ਤਾਂ ਉਸ ਸਮੇਂ ਸਰਕਾਰਾਂ ਦੀ ਗਿਣਤੀ ਸੀ ਜਿਹੜੀ ਕੁੱਲ ਉਹ 47 ਸੀ। ਅਤੇ ਜਿਹੜਾ ਸ਼ੇਰ ਸ਼ਾਹ ਸੂਰੀ ਨੇ ਆਪਣਾ ਸਾਮਰਾਜ ਸੀ ਜਿਹੜਾ ਉਹ ਸਰਕਾਰਾਂ ਦੇ ਵਿੱਚ ਵੰਡਿਆ ਹੋਇਆ ਸੀ। ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਆਪਣਾ ਸਾਮਰਾਜ ਜਿਹੜਾ ਸ਼ੇਰ ਸ਼ਾਹ ਸੂਰੀ ਸੀਗੇ ਕਿਸ ਤਰ੍ਹਾਂ ਵੰਡਿਆ ਹੋਇਆ ਸੀਗਾ, ਕਿਹਦੇ ਵਿੱਚ ਵੰਡਿਆ ਹੋਇਆ ਸੀ? ਤਾਂ ਆਪਸ਼ਨ ਦੇ ਵਿੱਚ ਤੁਹਾਨੂੰ ਸਰਕਾਰਾਂ ਵੀ ਆ ਸਕਦਾ ਹੈ। ਥੋੜ੍ਹਾ ਕਨਫਿਊਜ਼ ਕਰਨ ਵਾਸਤੇ ਇਹ ਕੁਐਸਚਨ ਹੈ ਜਿਹੜਾ ਪਾ ਦਿੰਦੇ ਨੇ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਦੇ ਸਮੇਂ ਸਰਕਾਰਾਂ ਦਾ ਸੈਨਿਕ ਅਧਿਕਾਰੀ ਕੌਣ ਸੀ? ਮੁੱਖ ਸਿਕਦਾਰ, ਮੁੱਖ ਮੁਨਸਿਫ ਜਾਂ ਮੁਨਸਿਫ। ਤਾਂ ਸ਼ੇਰ ਸ਼ਾਹ ਸੂਰੀ ਦੇ ਸਮੇਂ ਸਰਕਾਰਾਂ ਦਾ ਜੋ ਸੈਨਿਕ ਅਧਿਕਾਰੀ ਸੀਗਾ ਉਹ ਮੁੱਖ ਸਿਕਦਾਰ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਦੇ ਸਮੇਂ ਸਰਕਾਰਾਂ ਦਾ ਨਿਆਂ ਅਤੇ ਵਿੱਤੀ ਸੰਬੰਧੀ ਕੰਮਾਂ ਦਾ ਅਧਿਕਾਰੀ ਕੌਣ ਸੀ? ਸੋ ਮੁੱਖ ਸਿਕਦਾਰ ਤਾਂ ਆਏਗਾ ਨਹੀਂ, ਮੁੱਖ ਸਿਕਦਾਰ ਤਾਂ ਸੈਨਿਕ ਅਧਿਕਾਰੀ ਸੀਗਾ ਸਰਕਾਰਾਂ ਦਾ ਸ਼ੇਰ ਸ਼ਾਹ ਸੂਰੀ ਦੇ ਸਮੇਂ। ਸਿਕਦਾਰ ਸੀ, ਮੁੱਖ ਮੁਨਸਿਫ ਸੀ ਜਾਂ ਮੁਨਸਿਫ ਸੀ। ਤਾਂ ਇਹਦਾ ਆਨਸਰ ਆਏਗਾ ਆਪਸ਼ਨ ਈਡੀ ਮੁੱਖ ਮੁਨਸਿਫ। ਜੋ ਸੂਰੀ ਦੇ ਸਮੇਂ ਸਰਕਾਰਾਂ ਦਾ ਨਿਆਂ ਅਤੇ ਵਿੱਤ ਸੰਬੰਧੀ ਜੋ ਕੰਮ ਹੁੰਦੇ ਸੀ ਇਹਨਾਂ ਦਾ ਅਧਿਕਾਰੀ ਹੁੰਦਾ ਸੀਗਾ ਮੁੱਖ ਮੁਨਸਿਫ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹੇਠਾਂ ਵਿੱਚੋਂ ਕਿਹੜਾ ਕਥਨ ਹੈ ਜਿਹੜਾ ਸ਼ੇਰ ਸ਼ਾਹ ਸੂਰੀ ਦੇ ਸ਼ਾਸਨ ਪ੍ਰਬੰਧ ਬਾਰੇ ਸਹੀ ਨਹੀਂ ਹੈ? ਉਸਦੇ ਸਾਮਰਾਜ ਨੂੰ ਸਰਕਾਰਾਂ ਵਿੱਚ ਵੰਡਿਆ ਹੋਇਆ ਸੀ, ਹੁਣੇ ਆਪਾਂ ਕਰਕੇ ਆਏ ਹਾਂ। ਸਰਕਾਰਾਂ ਨੂੰ ਅੱਗੇ ਪਰਗਣਿਆਂ ਦੇ ਵਿੱਚ ਵੰਡਿਆ ਹੋਇਆ ਸੀ, ਇਹ ਵੀ ਸਹੀ ਹੈ। ਪਿੰਡ ਸ਼ਾਸਨ ਪ੍ਰਬੰਧ ਦੀ ਸਭ ਤੋਂ ਛੋਟੀ ਇਕਾਈ ਸੀ, ਇਹ ਵੀ ਸਹੀ ਹੈ। ਕਰਾਕੂਨ ਦਾ ਕੰਮ ਧਰਮ ਸ਼ਾਸਤਰਾਂ ਦੀ ਵਿਆਖਿਆ ਕਰਨਾ ਸੀ, ਇਹ ਕਥਨ ਹੈ ਜਿਹੜਾ ਸਹੀ ਨਹੀਂ ਹੈ। ਆਪਸ਼ਨ ਸੱਸਾ। ਬਾਕੀ ਉਤਲੇ 3 ਕਥਨ ਨੇ ਜਿਹੜੇ ਸ਼ੇਰ ਸ਼ਾਹ ਸੂਰੀ ਦੇ ਸ਼ਾਸਨ ਪ੍ਰਬੰਧ ਬਾਰੇ ਸਹੀ ਨੇ।
ਸੱਸਾ ਆਪਸ਼ਨ ਹੈ ਜਿਹੜੀ ਇਹ ਕਥਨ ਗਲਤ ਹੈ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਦੇ ਸਮੇਂ ਲਗਾਨ ਇਕੱਠਾ ਕਰਨ ਵਾਲਾ ਮੁੱਖ ਅਧਿਕਾਰੀ ਕੌਣ ਹੁੰਦਾ ਸੀ, ਜਿਹੜਾ ਲਗਾਨ ਇਕੱਠਾ ਕਰਦਾ ਸੀ? ਮੁਕੱਦਮ, ਚੌਂਕੀਦਾਰ, ਕਾਨੂੰਗੋ ਜਾਂ ਕਾਰਕੁਨ? ਤਾਂ ਸ਼ੇਰ ਸ਼ਾਹ ਸੂਰੀ ਦੇ ਸਮੇਂ ਲਗਾਨ ਇਕੱਠਾ ਕਰਨ ਵਾਲਾ ਅਧਿਕਾਰੀ ਹੁੰਦਾ ਸੀਗਾ ਉਹ ਕਾਨੂੰਗੋ ਹੁੰਦਾ ਸੀਗਾ। ਆਪਸ਼ਨ ਏ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਸ ਵਿੱਚ ਕੁਐਸਚਨ ਬਣਨਗੇ, ਸ਼ੇਰ ਸ਼ਾਹ ਸੂਰੀ ਦੇ ਸਮੇਂ ਜਰੀਵਾਨਾ ਕੀ ਸੀ? ਭੂਮੀ ਦੀ ਗਿਣਤੀ ਕਰਨ ਵਾਲੇ ਦੀ ਫੀਸ, ਕਰ ਇਕੱਠਾ ਕਰਨ ਵਾਲੇ ਦੀ ਫੀਸ, ਨਿਆਂ ਕਰਨ ਵਾਲੇ ਦੀ ਫੀਸ ਜਾਂ ਅਪਰਾਧੀਆਂ ਨੂੰ ਲਾਇਆ ਜਾਣ ਵਾਲਾ ਜੁਰਮਾਨਾ? ਤਾਂ ਜਰੀਵਾਨਾ ਸੀ ਜਿਹੜਾ ਉਹ ਭੂਮੀ ਦੀ ਮਿਣਤੀ ਕਰਨ ਵਾਲੇ ਦੀ ਫੀਸ ਸੀਗੀ। ਜਿਹੜਾ ਭੂਮੀ ਦੀ ਮਿਣਤੀ ਕਰਦਾ ਸੀ, ਜ਼ਮੀਨ ਮਿਣਦਾ ਸੀ, ਤਾਂ ਉਸ ਦੀ ਫੀਸ ਨੂੰ ਜਰੀਵਾਨਾ ਕਿਹਾ ਜਾਂਦਾ ਸੀਗਾ ਸ਼ੇਰ ਸ਼ਾਹ ਸੂਰੀ ਦੇ ਸਮੇਂ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਦੇ ਸਮੇਂ ਮੁਹਾਸਲਾਨਾ ਕੀ ਸੀ? ਸੋ ਭੂਮੀ ਦੀ ਗਿਣਤੀ ਕਰਨ ਵਾਲੀ ਫੀਸ ਤਾਂ ਨਹੀਂ ਆਏਗੀ, ਤਾਂ ਇਸ ਨੂੰ ਜਰੀਵਾਨਾ ਕਹਿੰਦੇ ਸੀ। ਰਹੀਆਂ ਤਿੰਨ ਆਪਸ਼ਨਾਂ, ਤਿੰਨਾਂ 'ਚੋਂ ਇੱਕ ਆਏਗਾ। ਕਰ ਇਕੱਠਾ ਕਰਨ ਵਾਲੇ ਦੀ ਫੀਸ, ਨਿਆਂ ਕਰਨ ਵਾਲੇ ਦੀ ਫੀਸ ਜਾਂ ਅਪਰਾਧੀਆਂ ਨੂੰ ਲਾਇਆ ਜੁਰਮਾਨਾ? ਤਾਂ ਮੁਹਾਸਲਾਨਾ ਸੀ ਜਿਹੜਾ ਉਹ ਕਰ ਇਕੱਠਾ ਕਰਨ ਵਾਲੇ ਦੀ ਫੀਸ ਸੀ। ਜਿਹੜਾ ਬੰਦਾ ਕਰ ਇਕੱਠਾ ਕਰਦਾ ਸੀਗਾ ਤਾਂ ਉਹਨੂੰ ਜੋ ਫੀਸ ਦਿੱਤੀ ਜਾਂਦੀ ਸੀ ਤਾਂ ਉਸ ਨੂੰ ਮੁਹਾਸਲਾਨਾ ਕਿਹਾ ਜਾਂਦਾ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪੱਟਾ ਤੇ ਕਬੂਲੀਅਤ ਨਾਂ ਦੇ ਸਰਕਾਰੀ ਪੱਤਰ ਜਾਰੀ ਕਰਨ ਵਾਲਾ ਸ਼ਾਸਕ ਕੌਣ ਸੀ? ਜਾਂ ਉਸ ਸ਼ਾਸਕ ਦਾ ਨਾਮ ਦੱਸੋ ਜਿਹਨੇ ਪੱਟਾ ਤੇ ਕਬੂਲੀਅਤ ਨਾਂ ਦੇ ਸਰਕਾਰੀ ਪੱਤਰ ਜਾਰੀ ਕੀਤੇ ਸੀ। ਸ਼ੇਰ ਸ਼ਾਹ ਸੂਰੀ, ਹਮਾਯੂ, ਬਾਬਰ ਜਾਂ ਅਲਾਉਦੀਨ ਖਿਲਜੀ? ਤਾਂ ਇਹ ਸ਼ਾਸਕ ਸੀਗਾ ਸ਼ੇਰ ਸ਼ਾਹ ਸੂਰੀ, ਜਿਹਨੇ ਪੱਟਾ ਅਤੇ ਕਬੂਲੀਅਤ ਨਾਂ ਦੇ ਜੋ ਸਰਕਾਰੀ ਪੱਤਰ ਸੀ ਜਾਰੀ ਕੀਤੇ ਸੀ। ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ, ਪੱਟਾ ਤੇ ਕਬੂਲੀਅਤ ਕੀ ਸੀ? ਤਾਂ ਇੱਕ ਆਪਸ਼ਨ ਦੇ ਵਿੱਚ ਤੁਹਾਨੂੰ ਆ ਜਾਏਗਾ ਸਰਕਾਰੀ ਪੱਤਰ। ਤਿੰਨ ਨਾਲ ਹੋਰ ਆਪਸ਼ਨਾਂ ਨੇ ਜਿਹੜੀਆਂ ਕਨਫਿਊਜ਼ ਕਰਨ ਵਾਸਤੇ ਤੁਹਾਨੂੰ ਪਾਈਆਂ ਜਾਣਗੀਆਂ। ਤਾਂ ਪੱਟਾ ਤੇ ਕਬੂਲੀਅਤ ਸਰਕਾਰੀ ਪੱਤਰ ਸੀ ਜਿਨ੍ਹਾਂ ਨੂੰ ਜਾਰੀ ਕਰਨ ਵਾਲਾ ਸ਼ਾਸਕ ਸੀ ਜਿਹੜਾ ਸ਼ੇਰ ਸ਼ਾਹ ਸੂਰੀ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪੱਟਾ ਨਾਂ ਦੇ ਸਰਕਾਰੀ ਪੱਤਰ ਵਿੱਚ ਕੀ ਦਰਜ ਹੁੰਦਾ ਸੀ? ਭੂਮੀ ਦਾ ਖੇਤਰਫਲ, ਖੇਤਾਂ ਦੀ ਸਥਿਤੀ, ਭੂਮੀ ਕਰ ਦਾ ਵਰਣਨ ਜਾਂ ਉਪਰੋਕਤ ਸਾਰੇ? ਤਾਂ ਪੱਟਾ ਨਾਂ ਦਾ ਜਿਹੜਾ ਸਰਕਾਰੀ ਪੱਤਰ ਸੀ ਤਾਂ ਇਹਦੇ ਵਿੱਚ ਸਾਰਾ ਕੁਝ ਦਰਜ ਹੁੰਦਾ ਸੀ, ਜਿਹਦੇ ਵਿੱਚ ਭੂਮੀ ਦਾ ਖੇਤਰਫਲ ਆ ਗਿਆ, ਖੇਤਾਂ ਦੀ ਸਥਿਤੀ ਆ ਗਈ, ਭੂਮੀ ਕਰ ਦਾ ਵਰਣਨ ਆ ਗਿਆ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਤਾਂ ਅੱਗੇ ਸਾਰਨੀ ਆਈ ਹੈ ਜੀ, ਸਹੀ ਮਿਲਾਨ ਕਰਨੇ ਆ। ਇੱਕ ਪਾਸੇ ਪ੍ਰਣਾਲੀਆਂ ਨੇ ਤੇ ਦੂਸਰੇ ਪਾਸੇ ਉਹਨਾਂ ਦੇ ਨਾਮ ਨੇ। ਤਾਂ ਬਟਾਈ ਦਾ ਕੀ ਅਰਥ ਸੀ ਜਾਂ ਕੀ ਹੁੰਦੀ ਸੀ? ਤਾਂ ਇਹਦਾ ਆਏਗਾ ਆਪਸ਼ਨ ਬੀ, ਫਸਲ ਕੱਟਣ ਦੇ ਸਮੇਂ ਜਿਹੜਾ ਲਗਾਨ ਹੁੰਦਾ ਸੀ ਤਾਂ ਉਸ ਨੂੰ ਬਟਾਈ ਕਿਹਾ ਜਾਂਦਾ ਸੀ। ਅੱਗੇ ਕਨਕੂਤ ਆ ਗਿਆ, ਇਹ ਹੁੰਦਾ ਸੀਗਾ ਆਪਸ਼ਨ ਸੀ, ਫਸਲ ਕੱਟਣ ਤੋਂ ਪਹਿਲਾਂ ਦਾ ਲਗਾਨ। ਅਤੇ ਜਿਹੜੀ ਬਟਾਈ ਸੀ ਉਹ ਫਸਲ ਕੱਟਣ ਦੇ ਸਮੇਂ ਲਗਾਨ। ਤਾਂ ਕਨਫਿਊਜ਼ ਨਹੀਂ ਹੋਣਾ, ਬਟਾਈ ਪ੍ਰਣਾਲੀ ਅਤੇ ਕਨਕੂਤ ਪ੍ਰਣਾਲੀ ਅਕਸਰ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦੇ ਆ। ਬਟਾਈ ਪ੍ਰਣਾਲੀ ਕੀ ਹੁੰਦੀ ਸੀ? ਜਦੋਂ ਆਪਾਂ ਫਸਲ ਕੱਟਦੇ ਸੀਗੇ ਤਾਂ ਉਸ ਸਮੇਂ ਜਿਹੜਾ ਲਗਾਨ ਹੁੰਦਾ ਸੀ ਤਾਂ ਉਸ ਨੂੰ ਬਟਾਈ ਪ੍ਰਣਾਲੀ ਕਹਿੰਦੇ ਸੀ। ਕਨਕੂਤ ਫਸਲ ਕੱਟਣ ਤੋਂ ਪਹਿਲਾਂ ਦਾ ਲਗਾਨ ਹੁੰਦਾ ਸੀ। ਅੱਗੇ ਜ਼ਬਤੀ ਆ ਗਿਆ, ਪ੍ਰਤੀ ਬਿੱਘਾ ਦੇ ਹਿਸਾਬ ਨਾਲ ਜਿਹੜਾ ਲਗਾਨ ਜਾਂ ਕਰ ਲਿਆ ਜਾਂਦਾ ਸੀਗਾ। ਅੱਗੇ ਆ ਗਿਆ ਪੱਟਾ ਅਤੇ ਕਬੂਲੀਅਤ, ਤਾਂ ਹੁਣੇ ਆਪਾਂ ਪਿੱਛੇ ਕਰਕੇ ਆਏ ਹਾਂ। ਇਹ ਸਰਕਾਰੀ ਪੱਤਰ ਸੀ ਜਿਹੜੇ ਸ਼ੇਰ ਸ਼ਾਹ ਸੂਰੀ ਦੁਆਰਾ ਜਾਰੀ ਕੀਤੇ ਗਏ ਸੀ, ਜਿਹਦੇ ਵਿੱਚ ਪੱਟਾ ਦੇ ਵਿੱਚ ਜਿਹੜਾ ਭੂਮੀ ਦਾ ਖੇਤਰਫਲ, ਖੇਤਾਂ ਦੀ ਸਥਿਤੀ ਅਤੇ ਜੋ ਭੂਮੀ ਦੁਆਰਾ ਕਰ ਲਿਆ ਜਾਂਦਾ ਸੀ, ਭੂਮੀ ਕਰ ਹੁੰਦਾ ਸੀ, ਉਸ ਦਾ ਵਰਣਨ ਕੀਤਾ ਹੁੰਦਾ ਸੀ। ਤਾਂ ਨੀਚੇ ਆਪਸ਼ਨ ਦੇ ਹਿਸਾਬ ਨਾਲ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਨੇ ਜੀਟੀ ਰੋਡ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਬਣਵਾਈ ਸੀ? ਜਾਂ ਜੀਟੀ ਰੋਡ ਕਿਸ ਨੇ ਬਣਵਾਈ ਸੀ? ਸ਼ੇਰ ਸ਼ਾਹ ਸੂਰੀ ਨੇ। ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਬਣਵਾਈ ਸੀ ਇਹ ਦੱਸਣਾ ਹੈ। ਬੰਗਾਲ ਦੇ ਸ਼ਹਿਰ ਸੁਨਾਰਗਾਂਵ ਤੋਂ ਜਿਹਲਮ ਦੇ ਸ਼ਹਿਰ ਰੋਹਤਾਸ ਤੱਕ,
ਲਾਹੌਰ ਤੋਂ ਦਿੱਲੀ ਤੱਕ, ਲਾਹੌਰ ਤੋਂ ਅੰਮ੍ਰਿਤਸਰ ਤੱਕ ਜਾਂ ਕਲਕੱਤੇ ਤੋਂ ਪਿਸ਼ਾਵਰ ਤੱਕ। ਤਾਂ ਸ਼ੇਰ ਸ਼ਾਹ ਸੂਰੀ ਦੁਆਰਾ GT ਰੋਡ ਸੀ ਜਿਹੜੀ ਉਹ ਬੰਗਾਲ ਦੇ ਸ਼ਹਿਰ ਸੁਨਾਰਗਾਓਂ ਤੋਂ ਲੈ ਕੇ ਜੇਹਲਮ ਦੇ ਸ਼ਹਿਰ ਰੋਹਤਾਸ ਤੱਕ ਜਿਹੜੀ ਬਣਵਾਈ ਸੀ। ਜਾਂ ਇਹ ਵੀ ਪਾ ਦਿੱਤਾ ਜਾਂਦਾ ਆਪਸ਼ਨਾਂ ਦੇ ਵਿੱਚ ਬੰਗਾਲ ਤੋਂ ਲੈ ਕੇ ਜੇਹਲਮ, ਪਰ ਇੱਦਾਂ ਨਹੀਂ ਆਉਂਦਾ। ਤਾਂ ਇਸ ਤਰ੍ਹਾਂ ਬਣੀ ਬਣਾਈ ਪੂਰੀ ਲਾਈਨ ਹੀ ਹੈ ਜਿਹੜੀ ਇਹ ਆਏਗੀ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਦੇ ਸਮੇਂ ਮਾਲ ਵਿਭਾਗ ਦਾ ਰਿਕਾਰਡ ਕਿਸ ਭਾਸ਼ਾ ਦੇ ਵਿੱਚ ਰੱਖਿਆ ਜਾਂਦਾ ਸੀ? ਜੋ ਮਾਲ ਵਿਭਾਗ ਹੁੰਦਾ ਸੀ ਤਾਂ ਇਹਦਾ ਰਿਕਾਰਡ ਕਿਹੜੀ ਭਾਸ਼ਾ ਦੇ ਵਿੱਚ ਰੱਖਿਆ ਜਾਂਦਾ ਸੀਗਾ ਸ਼ੇਰ ਸ਼ਾਹ ਸੂਰੀ ਦੇ ਸਮੇਂ? ਫਾਰਸੀ ਤੇ ਹਿੰਦੀ, ਫਾਰਸੀ ਤੇ ਉਰਦੂ, ਅਰਬੀ ਤੇ ਫਾਰਸੀ ਜਾਂ ਅਰਬੀ ਤੇ ਉਰਦੂ। ਤਾਂ ਸ਼ੇਰ ਸ਼ਾਹ ਸੂਰੀ ਦੇ ਸਮੇਂ ਜੋ ਮਾਲ ਵਿਭਾਗ ਦਾ ਰਿਕਾਰਡ ਸੀਗਾ ਉਹ ਫਾਰਸੀ ਤੇ ਹਿੰਦੀ ਭਾਸ਼ਾ ਦੇ ਵਿੱਚ ਰੱਖਿਆ ਜਾਂਦਾ ਸੀ। ਦੋ ਭਾਸ਼ਾਵਾਂ ਦੇ ਵਿੱਚ ਰੱਖਿਆ ਜਾਂਦਾ ਸੀਗਾ। ਜਾਂ ਕਾਊਂਟਿੰਗ ਦੇ ਵਿੱਚ ਵੀ ਪੁੱਛ ਲਿਆ ਜਾਂਦਾ ਹੈ ਕਿ ਸੂਰੀ ਦੇ ਸਮੇਂ ਜੋ ਮਾਲ ਵਿਭਾਗ ਦਾ ਰਿਕਾਰਡ ਸੀ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਰੱਖਿਆ ਜਾਂਦਾ ਸੀ? ਤਾਂ ਆਪਸ਼ਨ ਦੇ ਵਿੱਚ ਤੁਹਾਨੂੰ ਆ ਜਾਏਗਾ 2 ਪਾ ਦੇਣਗੇ, 3 ਪਾ ਦੇਣਗੇ, 4 ਜਾਂ ਫਿਰ 1। ਤਾਂ ਉੱਥੇ ਆ ਜਾਏਗਾ 2 ਭਾਸ਼ਾਵਾਂ। ਕਿਹੜੀਆਂ ਸੀ? ਫਾਰਸੀ ਤੇ ਹਿੰਦੀ। ਤਾਂ ਆਪਸ਼ਨ ਦੇ ਹਿਸਾਬ ਨਾਲ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਸ਼੍ਰੀ ਰਾਜ ਕਿਸ ਸ਼ਹਿਰ ਨੂੰ ਜਿਹੜਾ ਕਿਹਾ ਜਾਂਦਾ ਹੈ? ਭਾਰਤ ਦਾ ਸ਼੍ਰੀ ਰਾਜ ਜੌਨਪੁਰ, ਰੋਹਤਾਸ, ਜੈਪੁਰ ਜਾਂ ਜੋਧਪੁਰ। ਤਾਂ ਭਾਰਤ ਦਾ ਸ਼੍ਰੀ ਰਾਜ ਹੈ ਜਿਹੜਾ ਜੌਨਪੁਰ ਸ਼ਹਿਰ ਨੂੰ ਕਿਹਾ ਜਾਂਦਾ ਹੈ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ, ਸ਼ੇਰ ਸ਼ਾਹ ਸੂਰੀ ਦਾ ਉੱਤਰਾਧਿਕਾਰੀ ਕੌਣ ਸੀ? ਇਸਲਾਮ ਸ਼ਾਹ, ਆਦਿਲ ਸ਼ਾਹ, ਇਬਰਾਹਿਮ ਸ਼ਾਹ ਜਾਂ ਸਿਕੰਦਰ। ਤਾਂ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਉੱਤਰਾਧਿਕਾਰੀ ਸੀ ਇਸਲਾਮ ਸ਼ਾਹ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਕਿਸ ਦਾ ਪੁੱਤਰ ਸੀ? ਹਸਨ ਖਾਂ ਦਾ, ਫਰੀਦ ਖਾਂ ਦਾ, ਜੂਨਾ ਖਾਂ ਦਾ ਜਾਂ ਅਲੀਗੁਰ ਸ਼ਪ ਦਾ। ਤਾਂ ਸ਼ੇਰ ਸ਼ਾਹ ਸੂਰੀ ਸੀ ਜਿਹੜੇ ਇਹ ਹਸਨ ਖਾਂ ਦੇ ਪੁੱਤਰ ਸੀਗੇ। ਅਗਲਾ ਉੱਤਰਾਧਿਕਾਰੀ ਇਸਲਾਮ ਸ਼ਾਹ ਬਣੇ ਸੀ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਨੇ ਚੁਨਾਰ ਦਾ ਕਿਲ੍ਹਾ ਕਿਸ ਨਾਲ ਵਿਆਹ ਕਰਵਾ ਕੇ ਜਿੱਤਿਆ ਸੀ? ਲਾਰਡ ਮਲਿਕਾ, ਘੋਰ ਗੁਸਾਈ, ਹਮੀਦਾ ਬਾਨੋ ਜਾਂ ਗੁਲਬਦਨ ਬੇਗਮ। ਤਾਂ ਸ਼ੇਰ ਸ਼ਾਹ ਸੂਰੀ ਨੇ ਜੋ ਚੁਨਾਰ ਦਾ ਕਿਲ੍ਹਾ ਸੀ ਉਹ ਲਾਰਡ ਮਲਿਕਾ ਦੇ ਨਾਲ ਵਿਆਹ ਕਰਵਾ ਕੇ ਜਿੱਤਿਆ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਅਲੱਗ-ਅਲੱਗ ਟੌਪਿਕ ਤੇ ਹਿਸਟਰੀ ਦੇ ਤੇ ਵੀਡੀਓ ਪ੍ਰੋਵਾਈਡ ਕਰਦੇ ਰਹਾਂਗੇ। PDF ਨੋਟਿਸ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਾਈਟ ਦਾ ਲਿੰਕ ਐਡ ਦਿੱਤਾ ਗਿਆ ਹੈ। ਲਿੰਕ ਤੇ ਕਲਿੱਕ ਕਰਕੇ ਸਾਈਟ ਓਪਨ ਹੋਵੇਗੀ ਅਤੇ ਜਿਸ ਵੀ ਸਬਜੈਕਟ ਦੀ ਤੁਸੀਂ PDF ਨੋਟਿਸ ਡਾਊਨਲੋਡ ਕਰਨਾ ਚਾਹੁੰਦੇ ਹੋ ਡਾਊਨਲੋਡ ਕਰ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਹ ਤੱਕ ਲਈ ਧੰਨਵਾਦ।